श्री वाहेगुरु साहिब जियो। सज्जन सच्चा पातशाह सिरसां दे शाह, जिस पास बैठिया सोईया सबना दा वेसाह। वैस फत खसम दी नूरे अरशों पुरशों छटिया, तुद डिठै सच्चे पातशाह मल जन्म जन्म दी कटिया। तुद डिठै सच्चे पातशाह मल जन्म जन्म दी कटिया। शबर शतर तखत दी मालिक हाजरा हजूर ज़हरा ज़हूर सर्व कला भरपूर, साझी वार्ता दे प्रतीक गुरु गरीब नवाज दसां पातशाहियां दी जागदी जोत, ज्ञान दे अगमी सागर शब्द गुरु धन धन साहिब श्री गुरु ग्रंथ साहिब महाराज पातशाह जी दी साजी नवाजी गोद अंदर जुड़ मिल बैठी गुरु प्यारी गुरु सवारी गुरु साजी सत संगत जीओ। आप जी बड़े भागे हो, गुरु चरना विच बैठ के रब्बी बाणी का परम आनंद माण रहे हो। दास तो पहला आप जी ने भाई साहब पासों रहराज साहब की बाणी के पाठ श्रवण किए हैं। आओ समा है गुरमत विचारां दा, मन दियां बरतियां नूं एकाग्र करके गुरु की पावन बाणी की विचार नाल आपां जुड़ना करना है। विचारां आरंभ करन तो पहला आप सरबत संगत असीस बख्शो, बुलाओ फतेह। वाहेगुरु जी का खालसा वाहेगुरु जी की फतेह। धन गुरु गुरु तेग बहादुर महाराज पातशाह जी साहिबां की पवित्र बाणी का पवित्र श्लोक आपां विचार कर रहे हैं। बाल जवानी और बिरध फुन तीन अवस्था जान। ये तीन अवस्थावां जिंदगी दियां, एक बचपन, दूसरा जवानी ते तीसरा बुढ़ेपा। महाराज कहते भी ये तीनों ही अवस्थावां परमात्मा की बंदगी तो बिना भजन तो बिना व्यर्थ चलिया जांदियां हैं। तां जिन्हें बचपन दे विच चंगी सिक्ख्या हासिल कर लई, जिन्हें गुरु की मत ले लई, फिर जवानी विच वो भटकदा नहीं। विकारां की दुनिया विच, नशियां की दलदल विच, मोह ममता दी अते होर संसारक मुश्किलों की पकड़ तो बंधना तो बच जाता है। तो बुढ़ेपा भी मनुख का बड़े आनंद नाल फिर बतीत होता है। तो बचपन दे विच मिली कोई सिक्ख्या जिहड़ी है वो मनुख नूं बड़ा ही महान बनाउंदी है। आपां पहला विचार कर चुके हैं गुर इतिहास विचों अते होर गाथावां विचार चुके हैं। कुछ कुछ विचारां आपां होर साझियां करनियां ने तां जो असीं अपने बच्चियां नूं चंगी प्रेरणा दे के ते उन्हां नूं अकाल पुरख परमात्मा परमेश्वर के आसरे की पहचान करा के गुरु शब्द वल प्रेरित कर सके।
ਅੱਜ ਸਾਡੇ ਸਮਾਜ ਦੇ ਵਿੱਚ ਵੇਖਣ ਵਿੱਚ ਆਉਂਦਾ ਹੈ ਕਿ ਜੋ ਬੱਚੇ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਤੇ ਜ਼ਿੰਮੇਵਾਰੀਆਂ ਤੋਂ ਭੱਜਦੇ ਨੇ, ਦੌੜਦੇ ਨੇ। ਉਹਦਾ ਕਾਰਨ ਕੀ ਹੈ? ਅੱਜ ਕੱਲ੍ਹ ਮਾਪੇ ਆਪਣੇ ਬੱਚਿਆਂ ਨੂੰ ਜਿੱਥੇ ਉਹਨਾਂ ਦੇ ਮਨ ਤੇ ਕੇਵਲ ਦੁਨਿਆਵੀ ਵਿਦਿਆ ਦਾ ਭਾਰ ਪਾ ਕੇ ਤੇ ਉਹਨਾਂ ਨੂੰ ਇੱਕੋ ਹੀ ਗੱਲ ਦਾ ਅਹਿਸਾਸ ਕਰਾਉਣਾ ਚਾਹੁੰਦੇ ਨੇ ਵੀ ਤੁਸੀਂ ਬਹੁਤ ਉੱਚ ਵਿਦਿਆ ਹਾਸਲ ਕਰੋ ਤੇ ਉਹਦੇ ਨਾਲ ਚੰਗੀ ਨੌਕਰੀ ਜਾਂ ਚੰਗਾ ਬਿਜ਼ਨਸ ਕਰਕੇ ਤੇ ਬਹੁਤ ਸਾਰਾ ਧਨ ਪਦਾਰਥ ਇਕੱਠਾ ਕਰਨਾ ਹੈ। ਸ਼ੁਰੂ ਤੋਂ ਹੀ ਉਹਨਾਂ ਦੇ ਮਨ ਵਿੱਚ ਇਹ ਗੱਲ ਜਿਹੜੀ ਬਿਠਾ ਦਿੱਤੀ ਜਾਂਦੀ ਹੈ। ਜਿੱਥੇ ਬੱਚਾ ਮਨ ਕਰਕੇ ਉਹ ਇੰਨਾ ਬੋਝ ਚੁੱਕ ਕੇ ਚੱਲਦਾ ਹੈ, ਜਿੱਥੇ ਬੱਚੇ ਨੂੰ ਚਿੰਤਾ, ਸਟ੍ਰੈਸ, ਡਿਪਰੈਸ਼ਨ ਅਤੇ ਹੋਰ ਕਿੰਨੀਆਂ ਬਿਮਾਰੀਆਂ ਜਿਹੜੀਆਂ ਨੇ ਆ ਕੇ ਘੇਰ ਲੈਂਦੀਆਂ। ਉਹਦੇ ਦਿਮਾਗ ਦੇ ਉੱਤੇ ਇੰਨਾ ਵਜ਼ਨ ਪਾਇਆ ਜਾਂਦਾ ਹੈ, ਇੰਨਾ ਭਾਰ ਪਾਇਆ ਜਾਂਦਾ ਹੈ, ਉਹਨੂੰ ਸਮਝ ਹੀ ਨਹੀਂ ਆਉਂਦੀ ਵੀ ਮੈਂ ਅਸਲ ਦੇ ਵਿੱਚ ਕਰਨਾ ਕੀ ਹੈ। ਜਾਂ ਬਹੁਤ ਸਾਰੇ ਮਾਪੇ ਐਸੇ ਨੇ ਆਪਣੇ ਬੱਚਿਆਂ ਨੂੰ ਜ਼ਿੰਮੇਵਾਰੀਆਂ ਦੇਣ ਦੀ ਬਜਾਏ ਉਹਨਾਂ ਨੂੰ ਇੰਨਾ ਕੁ ਆਜ਼ਾਦ ਕਰ ਦਿੰਦੇ ਨੇ ਕਿ ਉਹਨਾਂ ਵਾਸਤੇ ਬਹੁਤ ਸਾਰੀ ਧਨ ਦੌਲਤ ਤੇ ਪਦਾਰਥ ਇਕੱਠੇ ਕਰਕੇ ਵੀ ਇੰਨਾ ਪਦਾਰਥ ਧਨ ਦੌਲਤ ਇਕੱਠੀ ਕਰਦੀ ਹੈ ਵੀ ਇਹਨਾਂ ਨੂੰ ਕੁਝ ਕਰਨਾ ਹੀ ਨਾ ਪਵੇ। ਬਹੁਤੀ ਧਨ ਦੌਲਤ ਹੋਣ ਕਾਰਨ ਕਈ ਬੱਚੇ ਜਿਹੜੇ ਨੇ ਉਹ ਵੀ ਰਾਹ ਤੋਂ ਭਟਕ ਜਾਂਦੇ ਨੇ ਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਨਹੀਂ ਤੇ ਫਿਰ ਵਿਕਾਰਾਂ ਦੀ ਦੁਨੀਆ ਵਿੱਚ ਗਲਤਾਨ ਹੋ ਜਾਂਦੇ ਨੇ। ਬਹੁਤਾ ਧਨ, ਬਹੁਤੀ ਮਾਇਆ ਜਿਹੜੀ ਹੈ ਉਹ ਵੀ ਮਨੁੱਖ ਨੂੰ ਖੁਆਰ ਕਰਦੀ ਹੈ। ਸਾਡੀ ਇਹ ਸੋਚ ਵੀ ਆਪਾਂ ਬਹੁਤ ਸਾਰਾ ਧਨ ਇਕੱਠਾ ਕਰਕੇ ਤੇ ਫਿਰ ਇਹਨਾਂ ਨੂੰ ਦੇ ਕੇ ਜਾਈਏ ਤੇ ਇਹਨਾਂ ਨੂੰ ਕੁਝ ਕਰਨਾ ਨਾ ਪਵੇ। ਯਾਦ ਰੱਖਿਓ, ਜਿਹੜੇ ਬੱਚੇ ਬਚਪਨ ਤੋਂ ਸਿੱਖਦੇ ਨਹੀਂ ਤੇ ਉਹਨਾਂ ਨੂੰ ਕੇਵਲ ਧਨ ਤੇ ਦੌਲਤ ਕਮਾਇਆ ਹੋਇਆ ਮਿਲ ਜਾਂਦਾ ਹੈ ਨਾ, ਫਿਰ ਉਹ ਅੱਗੇ ਜਾ ਕੇ ਬੜੇ ਹੀ ਦੁਖੀ ਤੇ ਪਰੇਸ਼ਾਨ ਹੁੰਦੇ ਨੇ। ਤੇ ਜਿਹੜੇ ਬੱਚਿਆਂ ਨੂੰ ਜ਼ਿੰਮੇਵਾਰੀਆਂ ਸਮਝ ਆ ਜਾਂਦੀਆਂ ਨੇ, ਉਹਨਾਂ ਨੂੰ ਸਿੱਖਿਆਵਾਂ ਮਿਲ ਜਾਂਦੀਆਂ ਨੇ ਤੇ ਫਿਰ ਉਹ ਅੱਗੇ ਜਾ ਕੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਧੰਨ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਨੌਜਵਾਨ ਆਇਆ ਤੇ ਉਹ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠਾ ਹੈ ਤੇ ਗੁਰਦੇਵ ਪਾਤਸ਼ਾਹ ਜੀ ਨੇ ਸਹਿਜ ਸੁਭਾਈ ਕਹਿ ਦਿੱਤਾ ਵੀ ਮੈਂ ਜਲ ਛਕਣਾ ਹੈ। ਹੁਣ ਉਹ ਨੌਜਵਾਨ ਬੱਚਾ ਜਿਹੜਾ ਉਹ ਗਿਆ ਤੇ ਜਲ ਲੈ ਕੇ ਆਇਆ ਤੇ ਜਦੋਂ ਮਹਾਰਾਜ ਨੇ ਵੇਖਿਆ ਉਹਦੇ ਹੱਥਾਂ ਵੱਲ ਤੇ ਮਹਾਰਾਜ ਨੇ ਆਖਿਆ ਵੀ ਤੇਰੇ ਹੱਥ ਬੜੇ ਕੋਮਲ, ਲੱਗਦਾ ਤੂੰ ਕਦੀ ਕੋਈ ਕਿਰਤ ਨਹੀਂ ਕੀਤੀ, ਤੂੰ ਕੋਈ ਕੰਮ ਨਹੀਂ ਕੀਤਾ। ਕਹਿਣ ਲੱਗਾ ਸਤਿਗੁਰੂ ਮੈਨੂੰ ਕੰਮ ਕਰਨ ਦੀ ਲੋੜ ਹੀ ਨਹੀਂ। ਉਹਨੇ ਆਖਿਆ ਕਿਉਂ? ਸਾਹਿਬ ਕਹਿ ਲੱਗੇ ਕਿਉਂ? ਕਹਿੰਦਾ ਪਾਤਸ਼ਾਹ ਮੇਰੇ ਕੋਲ ਨੌਕਰ ਚਾਕਰ ਹੀ ਇੰਨੇ ਨੇ, ਸਾਰਾ ਕੰਮ ਉਹ ਹੀ ਕਰ ਦਿੰਦੇ ਨੇ, ਮੈਨੂੰ ਲੋੜ ਹੀ ਨਹੀਂ ਪਈ ਕਦੀ ਕੰਮ ਕਰਨ ਦੀ। ਤੇ ਸਾਹਿਬ ਕਹਿ ਲੱਗੇ ਫਿਰ ਤੇਰੇ ਹੱਥਾਂ ਦਾ ਪਾਣੀ ਅਸੀਂ ਨਹੀਂ ਪੀਣਾ। ਜਿਹੜਾ ਬੰਦਾ ਆਪਣੇ ਹੱਥਾਂ ਨਾਲ ਕੰਮ ਨਹੀਂ, ਕਿਰਤ ਨਹੀਂ ਕਰਦਾ, ਸੇਵਾ ਨਹੀਂ ਕਰਦਾ, ਐਸੇ ਹੱਥ ਤੇ ਪੈਰ ਤਾਂ ਫਟਕਾਰ ਯੋਗ ਹਨ। ਗੁਰੂ ਨੂੰ ਵੀ ਉਹ ਪ੍ਰਵਾਨ ਨਹੀਂ ਜਿਹੜੇ ਹੱਥ ਸੇਵਾ ਨਹੀਂ ਕਰਦੇ, ਜਿਹੜੇ ਹੱਥ ਕਿਰਤੀ ਨਹੀਂ ਹੈਗੇ। ਤਾਂ ਅੱਜ ਸਾਨੂੰ ਇਹ ਸਮਝਣ ਦੀ ਲੋੜ ਹੈ, ਜਿੱਥੇ ਆਪਣੇ ਬੱਚਿਆਂ ਉੱਤੇ ਦਿਮਾਗੀ ਤੌਰ ਤੇ ਆਪਾਂ ਪ੍ਰੈਸ਼ਰ ਪਾਉਂਦੇ ਹਾਂ। ਇੱਕ ਪਾਸਾ ਇਹ ਹੈ ਕਿ ਕੇਵਲ ਦੁਨਿਆਵੀ ਵਿਦਿਆ ਉਹਨਾਂ ਨੂੰ ਆਪਾਂ ਦਿੰਦੇ ਹਾਂ, ਸੰਸਾਰ ਦੀ ਪੜ੍ਹਾਈ, ਸੰਸਾਰ ਦੀ ਵਿਦਿਆ ਆਪਾਂ ਐਜੂਕੇਟ ਕਰਦੇ ਹਾਂ। ਕਿਤੇ ਨਾ ਕਿਤੇ ਅੱਜ ਧਰਮ ਦੀ ਐਜੂਕੇਸ਼ਨ ਦੇਣੀ ਵੀ ਬਹੁਤ ਜ਼ਰੂਰੀ ਹੈ। ਜੇ ਉਹਨਾਂ ਅੰਦਰ ਚੰਗੇ ਸੰਸਕਾਰ ਨਹੀਂ ਹੋਣਗੇ, ਚੰਗੇ ਗੁਣ ਨਹੀਂ ਹੋ, ਅੱਜ ਆਪਾਂ ਆਪਣੇ ਬੱਚਿਆਂ ਨੂੰ ਕੇਵਲ ਲੈਕਚਰਾਂ ਦੇ ਰਾਹੀਂ ਸਮਝਾਉਣਾ ਚਾਹੁੰਦੇ ਹਾਂ ਤੇ ਬੜੇ ਸਾਰੇ ਸੈਮੀਨਾਰ ਵੀ ਲੱਗਦੇ ਨੇ ਬੱਚਿਆਂ ਵਾਸਤੇ ਵੀ, ਇਹਨਾਂ ਨੂੰ ਵੱਡੇ ਵੱਡੇ ਲੈਕਚਰ ਦਿੱਤੇ ਜਾਣ। ਨਹੀਂ, ਬੱਚਾ ਲੈਕਚਰ ਦੀ ਬਜਾਏ, ਹਾਂ ਅਸੰਭਵ ਨਹੀਂ ਹੈ, ਪਰ ਜਿੰਨਾ ਬੱਚਾ ਸਾਡੇ ਜੀਵਨ ਤੋਂ ਸਿੱਖਦਾ ਹੈ ਨਾ, ਇਹਨਾਂ ਲੈਕਚਰਾਂ ਤੋਂ ਨਹੀਂ ਸਿੱਖਦਾ। ਆਪਾਂ ਆਪਣੇ ਸਮਾਜ ਵਿੱਚ ਰਹਿੰਦੇ ਹਾਂ, ਆਪਣੇ ਪਰਿਵਾਰ ਵਿੱਚ, ਘਰ ਵਿੱਚ ਰਹਿੰਦੇ ਹਾਂ, ਕਿਹੋ ਜਿਹਾ ਵਿਹਾਰ ਕਰਦੇ ਹਾਂ।
जे तो साडा बच्चा साडे कोल है तो बाहर कोई सज्जन आ जाए तो कुंडी खड़कावे आखे भी घर है, आप अपनी घर की नूं ये गल कह दईए भी कह दे भी वो घर नहीं बाहर है, तो बच्चा फिर उत्थे झूठ बोलना सीख जाएगा। जे घर दे विच नशे वाला माहौल है तो बच्चे को फिर सिखाने की लोड़ नहीं, उन्हें सीख जाना। जो काम आप कर रहे हैं अपने घर दे विच जां साडी जिंदगी दे विच जिहड़ियां गल्लां ने आप ये जरूर समझिए भी उन्हां दा प्रभाव साडे बच्चियां ते जरूर पैंदा है, वो जरूर सीखते हैं। मैं किसी के घर विच गया तो उत्थे बच्चे का जन्मदिन सी, 4 साल 5 साल की बच्चे की उम्र सी। मैं जदों घरे गया तो उन्होंने माँ बाप ने आख्या भी भाई साहब जी अरदास करनी है, अरदास की। और नाल नाल कई बार माँ बाप जिहड़े ना अपने बच्चे की तारीफ करते हो, कहते भी साडा बच्चा बड़ा इंटैलीजेंट है, बड़ा होशियार है। तो मैं क्या भी की होशियारी है, बहुत सियाणा है। तो मैं क्या की सियाणप है? कह लगे वेखो इनू सारा गाना याद है, उन्हें सारा गीत याद किया होया। तो मैं क्या सुना, जदों उन्हें सुनाया तो वो इन्ना भैड़ा ते इन्ना गंदा ते अश्लील गाना सी, मेरे तो याद नहीं पर मैं हैरान हो गया, मेरे तो रहा ना गया। मैं एक गल आखी, मैं क्या 4 साल की उम्र दे विच इन्ना गंदा गाना याद कर लिया है, 20 साल तक इहदी जिंदगी गंदगी नाल भर जाएगी। जिन्हें 4 साल में इन्ना अश्लीलता ते भैड़ा गाना सीख लिया होए, वो 20 साल तक ही सीखेगा, जिंदगी गंदगी बनेगी, नरक ही बनेगा ना। तो जे 4 साल दे विच उन्होंने कोई चंगे गुणां की गल दसी हुंदी, जे चंगे संस्कारां की गल दसी हुंदी, एक चंगे समाज नूं किवें सिरजना है, एक चंगी कौम के प्रति तेरे फर्ज की ने, तेरियां जिम्मेवारियां की ने, माँ बाप प्रति तेरे की फर्ज ने, समाज प्रति तेरे की फर्ज ने। जे असी उन्होंने ये गाइड किया होवे, सिक्ख्या दी होवे, तो मैनूं उम्मीद है वो बच्चे फिर अपने माँ बाप को कभी आश्रमां में छड्ड के नहीं आउणगे। वो फिर कभी जे बाप को दौलत नहीं रही तो उन्होंने छड्डणगे नहीं, माँ फिर सड़कों पर रुलेगी नहीं, फिर धक्के नहीं खाणगे। तो ये सानूं समझण की लोड़ है। अज किहो जे समाज की आपां सिरजना, किहो जिहा समाज चाहुंदे आपां। हर बंदा कहता है भी समाज चंगा होवे, चंगे लोग होण, पर उहदी शुरुआत कौन करे? आपां करनी है, साडे तो होनी है। साडे ही बच्चे आउण वाला समाज ने, आउण वाला भविख ने, उन्होंने ही इस समाज को सिरजना है। फिर आपां किहो जी सिक्ख्या उन्होंने दे रहे हैं कि वो पतत पुणे वाले पासे, नशियां वाले पासे, विकारां वाले पासे दौड़ी जा रहे हैं, भज्जे जा रहे हैं। आपां कहने भी साडी गल मनदे नहीं, साडी गल सुनते नहीं। किते ना किते सिक्ख्या देण विच असीं जिहड़े बहुत ही पिछे रहे हैं। अज लोड़ है गुरु का लड़ फड़िए, गुरु का ओट आसरा लीए, बच्चियां नूं सतसंग विच लैके जाओ, बच्चियां नूं गुरबाणी शब्द नाल जोड़ो, उन्हां नूं चंगियां साखियां नाल जोड़ो, चंगे इतिहास नाल जोड़ो। जदों आपां गुरबाणी पढ़दे हां ते बेअंत ऐसे बच्चियां दा जिक्र आउंदा है जिन्हां ने भगती करके परमात्मा दा, परमेश्वर की प्राप्ति ते कर लई ते मनुखता वास्ते प्रेरणा बन गए। अज दुनिया उन्होंने नमस्कारां करदी। भगत कबीर साहब ने उदाहरण दी 2 ऐसे बच्चियां दी, 2 ऐसे भगतां दी। राम जपो जी ऐसे ऐसे, ध्रुव प्रहलाद जपियो हर जैसे। जिवें ध्रुव ने परमात्मा की बंदगी की, जिवें भगत प्रहलाद ने परमात्मा की बंदगी की। हुण भगत प्रहलाद ने आपां इत्थे थोड़ी जी गल कर लैंदे, सानूं समझ आ जाएगी। भगत प्रहलाद उम्र बहुत छोटी है, पर भगतां दे विच नाम आ गया। जदों आपां गुरु ग्रंथ साहिब नूं मत्था टेकना है ना, उदों भगत प्रहलाद नूं ही मत्था टेक देना। निक्की जी उम्र दे विच किड्डी वड्डी प्राप्ति कर लई। जे काश अपने बच्चियां नूं आपां दसीए भी भगत प्रहलाद कौन सी, भगत ध्रुव कौन सी, मैनूं लगदा है भी वो दुनिया दे विच जरूर अकाल पुरख परमात्मा परमेश्वर के चंगे गुणां नूं धारण करके ते संस्कारी जीवन बतीत करनगे।
ਭਗਤ ਪ੍ਰਹਿਲਾਦ ਉਮਰ ਭਾਵੇਂ ਨਿੱਕੀ ਜੀ ਹੈ, ਪਰ ਸਮੇਂ ਨੇ ਐਸੀ ਕਰਵਟ ਲਈ ਕਿ ਜ਼ਿੰਦਗੀ ਦੇ ਵਿੱਚ ਭਗਤੀ ਵਾਲਾ ਗੁਣ ਆ ਗਿਆ। ਅਕਸਰ ਮਨੁੱਖ ਦੁਨੀਆ ਦੇ ਅੰਦਰ ਬੜੇ ਹੀ ਆਸਰੇ ਲੱਭਦਾ ਹੈ, ਕਦੀ ਮਾਂ-ਬਾਪ ਦਾ ਆਸਰਾ, ਭੈਣ ਭਰਾ ਦਾ ਆਸਰਾ, ਸੱਜਣਾ ਮਿੱਤਰਾਂ ਦਾ ਆਸਰਾ, ਧਨ ਦੌਲਤ ਦਾ ਆਸਰਾ, ਪਰ ਇਹ ਆਸਰੇ ਸਦੀਵ ਨਹੀਂ। ਆਪਣੇ ਬੱਚਿਆਂ ਨੂੰ ਦੱਸੀ ਇਹ ਆਸਰੇ ਹਮੇਸ਼ਾ ਨਹੀਂ ਰਹਿਣਗੇ, ਇਹ ਹਮੇਸ਼ਾ ਲਈ ਨਹੀਂ। ਹਾਂ, ਇੱਕ ਆਸਰਾ ਭਾਈ ਹਮੇਸ਼ਾ ਰਹੇਗਾ, ਅਕਾਲ ਪੁਰਖ ਦਾ, ਪਰਮੇਸ਼ਰ ਦਾ। ਇਹਨੇ ਸਦੀਵ ਰਹਿਣਾ ਹੈ, ਹਮੇਸ਼ਾ ਲਈ ਰਹਿਣਾ ਹੈ। ਆਪਾਂ ਉਹਨਾਂ ਨੂੰ ਇਹ ਆਖੀਏ ਵੀ ਤੁਸੀਂ ਇੱਕ ਆਸਰਾ ਲਓ ਪਰਮਾਤਮਾ ਦਾ, ਪਰਮੇਸ਼ਰ ਦਾ, ਬਾਕੀ ਆਸਰੇ ਸਹਾਰੇ ਝੂਠੇ ਨੇ, ਇਹ ਸਦਾ ਰਹਿਣ ਵਾਲੇ ਨੇ। ਭਗਤ ਪ੍ਰਹਿਲਾਦ ਕਹਿੰਦੇ ਇੱਕ ਵਾਰ ਇੱਕ ਔਰਤ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਵੀ ਕਰਦੀ ਹੈ। ਨਿੱਕਾ ਜਿਹਾ ਬੱਚਾ, ਔਰਤ ਜਦੋਂ ਅਰਦਾਸ ਕਰ ਰਹੀ ਤੇ ਕੋਲ ਗਿਆ ਤੇ ਜਾ ਕੇ ਉਸ ਔਰਤ ਦੇ ਬੋਲਾਂ ਨੂੰ ਸੁਣ ਰਿਹਾ। ਉਹ ਕੀ ਅਰਦਾਸ ਕਰ ਰਹੀ? ਇਹ ਪਰਮੇਸ਼ਰ, ਇਹ ਪਰਮਾਤਮਾ, ਕੇਵਲ ਤੂੰ ਹੀ ਕਿਰਪਾ ਕਰਕੇ ਅੱਜ ਰੱਖਿਆ ਕਰ ਸਕਦਾ ਹੈ, ਤੂੰ ਹੀ ਬਚਾ ਸਕਦਾ ਹੈ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ। ਹੁਣ ਉਸ ਨਿੱਕੇ ਜਿਹੇ ਬੱਚੇ ਪ੍ਰਹਿਲਾਦ ਨੇ ਪੁੱਛਿਆ, ਕਹਿ ਲੱਗੀ, ਚਾਚੀ ਤੂੰ ਕਿਹਨੂੰ ਕਹਿ ਰਹੀ, ਕਿਹਦੇ ਨਾਲ ਗੱਲਾਂ ਕਰ ਰਹੀ? ਉਹਨੇ ਆਖਿਆ, ਮੈਂ ਸਰਵ ਸ਼ਕਤੀਮਾਨ ਪਰਮਾਤਮਾ ਨਾਲ ਗੱਲ ਕਰ ਰਹੀ, ਜਿਹੜਾ ਇਸ ਦੁਨੀਆ ਦਾ ਮਾਲਕ ਹੈ। ਤੇ ਕੀ ਗੱਲ ਕਰ ਰਹੀ ਹੈ? ਗੱਲ ਇਹ ਕਰ ਰਹੀ ਹਾਂ ਵੀ ਆ ਸਾਹਮਣੇ ਜੋ ਮੈਂ ਭਾਂਡੇ ਜਿਹੜੇ ਨੇ, ਪੁਰਾਣੇ ਸਮਿਆਂ ਵਿੱਚ ਕੱਚੇ ਬਰਤਨ ਹੋਇਆ ਕਰਦੇ ਸਨ ਤੇ ਉਹਨਾਂ ਨੂੰ ਪਕਾਇਆ ਜਾਂਦਾ ਸੀ, ਤੇ ਉਹ ਕੱਚੇ ਬਰਤਨ ਨੂੰ ਅੱਗ ਦੇ ਵਿੱਚ ਪਕਾਇਆ ਜਾਂਦਾ ਸੀ। ਉਹ ਪਹਿਲਾਂ ਬਰਤਨ ਲਾਏ ਹੋਏ ਸਨ। ਕਹਿੰਦੀ ਹੈ ਉਹਨਾਂ ਬਰਤਨਾਂ ਦੇ ਵਿੱਚ ਬਿੱਲੀ ਦੇ ਬੱਚੇ ਦਿੱਤੇ ਨੇ ਤੇ ਮੈਂ ਭੁੱਲ ਗਈ ਉਹਨਾਂ ਨੂੰ ਕੱਢਣਾ, ਤੇ ਹੁਣ ਕੇਵਲ ਅੱਗ ਤੇ ਮੈਂ ਬਾਲ ਬੈਠੀ ਆ। ਇੱਕ ਅਕਾਲ ਪੁਰਖ ਹੀ ਹੈ ਜਿਹੜਾ ਹੁਣ ਇਹਨਾਂ ਦੀ ਰੱਖਿਆ ਕਰ ਸਕਦਾ, ਹੋਰ ਕੋਈ ਨਹੀਂ ਬਚਾ ਸਕਦਾ। ਉਹਨੇ ਆਖਿਆ ਕਿ ਅੱਗ ਦੇ ਵਿੱਚੋਂ ਵੀ ਪਰਮਾਤਮਾ ਬਚਾ ਲੈਂਦਾ। ਹੁਣ ਉਮਰ ਛੋਟੀ ਹੈ, ਪਰ ਸਵਾਲ ਇੱਕ ਬਹੁਤ ਵੱਡਾ ਕਰ ਦਿੱਤਾ ਕਿ ਪਰਮਾਤਮਾ ਅੱਗ ਵਿੱਚੋਂ ਵੀ ਬਚਾ ਲੈਂਦਾ? ਉਹ ਕਹਿੰਦੀ ਹਾਂ, ਜੇ ਉਹ ਚਾਹੇ ਤਾਂ ਉਹ ਅੱਗ ਦੇ ਵਿੱਚੋਂ ਵੀ ਬਚਾ ਲੈਂਦਾ ਹੈ। ਕਹਿੰਦੇ ਭਗਤ ਪ੍ਰਹਿਲਾਦ ਨੇ ਉਡੀਕ ਕੀਤੀ। ਜਦੋਂ ਬਾਅਦ ਵਿੱਚ ਉਹ ਅੱਗ ਬੁਝੀ, ਆਵਾ ਠੰਡਾ ਹੋ ਗਿਆ, ਤੇ ਜਦੋਂ ਉਹ ਵਿੱਚੋਂ ਮਿੱਟੀ ਦੇ ਜਿਹੜੇ ਬਰਤਨ ਰੱਖੇ ਹੋਏ ਉਹ ਕੱਢੇ, ਤੇ ਕਹਿੰਦੇ ਉਹ ਬਿੱਲੀ ਦੇ ਬੱਚੇ ਜਿਹੜੇ ਜਿਉਂਦੇ ਸਨ, ਬਚ ਗਏ ਸਨ। ਭਗਤ ਪ੍ਰਹਿਲਾਦ ਦਾ ਭਰੋਸਾ ਅਕਾਲ ਪੁਰਖ ਤੇ ਬਚ ਗਿਆ, ਨਿਸ਼ਚਾ ਹੋ ਗਿਆ। ਇੱਕ ਘਟਨਾ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਉਹਨੇ। ਹੁਣ ਪਿਤਾ ਜਿਹੜਾ ਹੈ ਉਹ ਹਰਨਾਕਸ਼, ਤੇ ਹਰਨਾਕਸ਼ ਦੇ ਕੋਲ ਧਨ ਦੌਲਤ ਹੈ, ਰਾਜ ਭਾਗ ਹੈ, ਤੇ ਜਦੋਂ ਰਾਜ ਭਾਗ ਜਿੰਨਾ ਵੱਡਾ ਹੋਵੇ ਹੰਕਾਰ ਵੀ ਓਨਾ ਵੱਡਾ ਹੁੰਦਾ ਹੈ। ਤੇ ਹੰਕਾਰੀ ਬੰਦਾ ਕਹਿੰਦਾ ਮੈਂ ਹੀ ਆ ਬਸ ਜੋ ਕੁਛ ਆ। ਹੰਕਾਰ ਦੇ ਵਿੱਚ ਹਰਨਾਕਸ਼ ਕਹਿੰਦਾ ਵੀ ਮੈਂ ਹੀ ਅਸਲ ਦੇ ਵਿੱਚ ਰੱਬ ਆ। ਇਸ ਕਰਕੇ ਜਲੇ ਹਰਨਾਕਸ਼ ਥਲੇ ਹਰਨਾਕਸ਼, ਇਹਾਂ ਹਰਨਾਕਸ਼ ਉਹਾਂ ਹਰਨਾਕਸ਼। ਇੱਥੋਂ ਤੱਕ ਕਿ ਉਹਨੇ ਹਰ ਇੱਕ ਮਨੁੱਖ ਦੇ ਸਾਹਮਣੇ ਇਹ ਗੱਲ ਰੱਖ ਦਿੱਤੀ ਵੀ ਕੇਵਲ ਹਰਨਾਕਸ਼ ਦੀ ਹੀ ਪੂਜਾ ਹੋਵੇ, ਹਰਨਾਕਸ਼ ਹੀ ਰੱਬ ਹੈ, ਭਗਵਾਨ ਸਿਰਫ ਹਰਨਾਕਸ਼, ਹੋਰ ਕੋਈ ਨਹੀਂ। ਹੁਣ ਹਰ ਇੱਕ ਬੰਦਾ ਹਰਨਾਕਸ਼ ਦੀ ਹੀ ਗੱਲ ਕਰਦਾ ਸੀ, ਉਹਨੂੰ ਹੀ ਰੱਬ ਮੰਨਦਾ ਸੀ। ਪਰ ਭਗਤ ਪ੍ਰਹਿਲਾਦ, ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਜਿਹੜੀ ਹੈ ਸਿੱਖਿਆ ਦਿੱਤੀ। ਉਹ ਕਹਿੰਦੇ ਕਈ ਵਾਰੀ ਪਰਮਾਤਮਾ ਕਿਸੇ ਦੇ ਹੰਕਾਰ ਨੂੰ ਤੋੜਨਾ ਚਾਹਵੇ ਨਾ, ਤੇ ਉਹ ਬਖਸ਼ਿਸ਼ ਕਰਦੇ, ਕਿਰਪਾ ਕਰ ਦੇਵੇ, ਤਾਂ ਕਹਿ ਲਗੇ ਕਮਲ ਫੁੱਲ ਜਿਹੜਾ ਪਾਣੀ ਦੇ ਵਿੱਚ ਉੱਗਦਾ ਕਈ ਵਾਰੀ ਕਲਰ ਦੇ ਵਿੱਚ ਵੀ ਪੈਦਾ ਕਰ ਦਿੰਦਾ ਜਿੱਥੇ ਉੱਗਣ ਦੀ ਕੋਈ ਉਮੀਦ ਨਹੀਂ ਹੁੰਦੀ। ਕਹਿ ਲਗੇ ਹਰਨਾਕਸ਼ ਦੇ ਘਰ ਹੀ ਉਹਦਾ ਪੁੱਤਰ ਜਿਹੜਾ ਪਰਮਾਤਮਾ ਨੇ ਪੈਦਾ ਕਰ ਦਿੱਤਾ, ਤੇ ਜਿਹੜਾ ਇਹ ਦ੍ਰਿੜਤਾ ਨਾਲ ਕਹਿਣ ਲੱਗਿਆ ਵੀ ਮੇਰਾ ਪਿਤਾ ਰੱਬ ਨਹੀਂ ਬਲਕਿ ਮੇਰੇ ਪਿਤਾ ਵਰਗੇ ਪਤਾ ਨਹੀਂ ਕਿੰਨੇ ਕੁ ਹਰਨਾਕਸ਼ ਪਰਮਾਤਮਾ ਨੇ ਬਣਾਏ ਨੇ। ਕਹਿੰਦਾ ਅਕਾਲ ਪੁਰਖ ਮੇਰੇ ਪਿਤਾ ਤੋਂ ਵੀ ਵੱਡਾ ਹੈ। ਜਦੋਂ ਇਹ ਗੱਲ ਆਖੀ, ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤ ਪ੍ਰਹਿਲਾਦ ਨੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ, ਆਪਣੇ ਪਿਤਾ ਦਾ ਨਹੀਂ। ਇੰਨੀ ਡਟਰਤਾ, ਇੰਨਾ ਅੰਦਰ ਨਿਰਭਉ ਵਾਲੀ ਅਵਸਥਾ ਭਗਤ ਪ੍ਰਹਿਲਾਦ ਜੀ ਦੇ ਜੀਵਨ ਦੇ ਵਿੱਚ ਵੇਖਣ ਨੂੰ ਮਿਲਦੀ ਹੈ। ਉਮਰ ਛੋਟੀ ਹੈ ਪਰ ਅੰਦਰੋਂ ਲਗਨ, ਅੰਦਰੋਂ ਪ੍ਰੀਤ ਪਿਆਰੇ ਨਾਲ ਪਰਮਾਤਮਾ ਨਾਲ ਹੈ।
भाई गुरदास जी जिक्र करते ने घर हरनाक्ष दैंत दे, दैंत करके भाव शैतान बिरती का मालक है हरनाक्ष। घर हरनाक्ष दैंत दे कलर कवल भगत प्रहलाद, पढ़न पठाया 4 साल पांदे चित हुआ अहलाद। जदों प्रहलाद नूं पढ़न वास्ते स्कूल में भेजा गया टीचर कोल, ते वो टीचर बड़ा खुश होया कि राजे का पुत्र मेरे को पढ़न वास्ते आए। पर उत्थे गल कुछ होर हो गई। मन में सिमरै राम नाम गावे, शब्द अनाहद नाद, भगत करन सब चाटड़े, पांदे हुए रहे विस्माद। हुण उत्थे भगत प्रहलाद अपने मन में परमात्मा का नाम जपन लग पिया, परमेश्वर की बंदगी लग गया कर। जेड़े बच्चे सन वो भी परमात्मा का नाम जपन लग पे। प्रहलाद ने बच्चियां नूं आख्या भी परमात्मा का नाम जपो, मेरा पिता परमात्मा नहीं हैगा, वो काम राजा है। भगत करन सब चाटड़े, पांदे रहे कोई विस्माद। जेड़े टीचर सन वो डर भी गए, हैरान हो गए, कह लगे एक ते पिता एडा इहदा राजा है, उन्हें सानू खत्म कर देना, मार देना। भी तुहानू आख्या सी भी हरनाक्ष पढ़ाउणा है ते तुसीं ते होर ही कुछ पढ़ाई जांदे हो। जदों ये गल आखी ते वो जेड़े पांदे सन टीचर सन पढ़ाउण वाले, उन्हां राजे नूं जाके दस्सिया। कह लगे भी तेरा पुत्र तो उत्थे परमात्मा का नाम जपी जाता है, वो राम नाम की गल करता है, उत्थे हरी हरी करी जाता है। जदों ये गल आखी तो उन्होंने बड़ा गुस्सा आया। कह लगे जाके राजे नूं दस्सिया ते राजे नूं बड़ा गुस्सा आया। हरनाक्ष नूं उहने आख्या भी लियाओ बुलाओ किथे। जदों उन्होंने बुलाया गया एक गल आखी, कह लगा भी तू ये दस भी तेरा वो भगवान है किथे, जिस भगवान की तू गल करदा है ना वो भगवान है किथे। कड खड़ग सद पुछया, कौन सो तेरा है उस्ताद। ते प्रहलाद ने ते आख दिता सी, कह लगे भी परमात्मा असल दे विच बचाउण वाला है। ते प्रहलाद ने की कीता, अपने पुत्र नूं जल अग्नि विच घत्तिया। कह लगे अपने पुत्र नूं पानी दे विच कदी सुटिया, कदी अग दे विच बिठा दिता। पता है ना भी बलदी अग दे विच किवें परमात्मा ने प्रहलाद नूं बचा लिया सी। आपां होली वाला दिन मनाउने आ ना, प्रहलाद दे नाल संबंधित है कि उस दिन प्रहलाद की जित हुई सी। हुण भगत प्रहलाद नूं अग विचों बचा लिया, कदी बलदे थंम नूं कहा भी इहनूं फड़ना है तूं, भी जिहड़ा पिलर हुंदा है वो अग नाल बल रहा सी भी इहनूं तूं पकड़ना है। ते जदों आखिया वो आंदे कोई गल नहीं। इन्ना निश्चा ते भरोसा सी अकाल पुरख दे। कहंदे जदों उहने तलवार कढ के आख्या भी दस तेरा रब किथे है, वो बाहर आवे ते कहंदे नरसिंह रूप धारण करके थम पाड़ प्रगटिया नरसिंह रूप अनाद। कह लगे परमात्मा नरसिंह रूप धारण करके थम पाड़ के बाहर आया ते कह लगे हरनाक्ष नूं मार दिता, हरनाक्ष का अंत कर दिता। प्रहलाद की जित हुई। भगत कबीर साहब भी आखते हैं, कह लगे जदों भगत प्रहलाद की गल आवेगी तो लोगों को एक बड़ी वड्डी सिक्ख्या मिलेगी भी एक परमात्मा ते भरोसा ते निश्चा होना जरूरी है। उस परमेश्वर ते भरोसा होना बहुत जरूरी है। जे भरोसा विश्वास है तो परमात्मा आप रखिया करता है। कबीर साहब ने बड़े प्यारे बचन आखे, कह लगे भी भगत प्रहलाद नूं पढ़न वास्ते भेजिया ते प्रहलाद नूं इक्को गल आखी गई भी तू परमात्मा का नाम नहीं बल्कि तू हरनाक्ष का ही नाम जपना है। पढ़न पठाया 4 साल संग सखा बहु लिए बाल, मुख कहाँ पढ़ावस आल जाल, मेरी पटिया लिख दे हो श्री गोपाल। जाके टीचर नूं आख्या भी मेरी इस फट्टी उत्ते एक अकाल पुरख का नाम लिख दे, आ केवल संसारक ज्ञान ना मैनू पढ़ा, आ संसारक ज्ञान की गल ना मैनू समझा, मैनू परमात्मा का नाम लिख के दे। नहीं छोड़ू रे बाबा राम नाम, मेरा और पढ़न से नहीं काम। कह लगे परमात्मा का नाम नहीं छड्डांगा, केवल उस एक अकाल पुरख का नाम ही जपांगा। संडे मरकै कहो जाए,
ਕਹਿਣ ਲੱਗੇ ਸੰਡਾ ਤੇ ਅਮਰਕ ਜਿਹੜੇ ਉਸਤਾਦ ਸਨ ਉਹਨਾਂ ਜਾ ਕੇ ਆਖਿਆ ਤੇ ਅੱਗੋਂ ਹਰਨਾਕਸ਼ ਜਿਹੜਾ ਗੁੱਸੇ ਦੇ ਨਾਲ ਉਹਨੇ ਬੁਲਾਇਆ, ਕੋਪੇ ਔਰ ਸਾਏ ਬੇਗ ਧਾਏ। ਤੇ ਅੱਗੇ ਫਿਰ ਟੀਚਰ ਨੇ ਆਖਿਆ, ਕਹਿਣ ਲੱਗੇ ਵੀ ਤੂੰ ਇਹ ਛੱਡ ਦੇ, ਤੁਝ ਤੁਰਤ ਛਡਾਉ ਮੇਰਾ ਕਹਿਓ ਮਾਨ। ਤੇ ਅੱਗੋਂ ਭਗਤ ਪ੍ਰਹਿਲਾਦ ਕਹਿਣ ਲੱਗੇ, ਮੁੱਖ ਕਹਾਂ ਸਤਾਵੋ ਬਾਰ ਬਾਰ, ਮੈਨੂੰ ਮੁੜ ਮੁੜ ਕਿਉਂ ਸਤਾਉਂਦੇ ਹੋ? ਇੱਕ ਰਾਮ ਨਾ ਛੱਡੂ ਗੁਰੇਗਾਰ, ਮੈਂ ਰੱਬ ਨੂੰ ਨਹੀਂ ਛੱਡ ਸਕਦਾ, ਮੇਰੇ ਗੁਰੂ ਨੂੰ ਗਾਲ ਲੱਗੇਗੀ। ਅਕਾਲ ਪੁਰਖ ਦਾ ਨਾਮ ਨਹੀਂ ਛੱਡ ਸਕਦਾ। ਹੁਣ ਇੱਥੇ ਕਿੰਨਾ ਨਿਸ਼ਚੈ ਕਹਿਣ ਲੱਗੇ, ਪ੍ਰਭ ਜਲ ਥਲ ਗਿਰ। ਪਰਮਾਤਮਾ ਜਿਹੜਾ ਹੈ ਉਹ ਧਰਤੀ ਤੇ ਪਾਣੀ ਤੇ ਹਰ ਥਾਂ ਤੇ ਰੱਖਿਆ ਕਰਨ ਵਾਲਾ, ਬਚਾਉਣ ਵਾਲਾ ਹੈ। ਉਹ ਹਰ ਥਾਂ ਤੇ ਰੱਖਿਆ ਕਰਦਾ। ਤਾਂ ਮੈਂ ਉਸ ਇੱਕ ਅਕਾਲ ਪੁਰਖ ਦਾ ਓਟ ਆਸਰਾ ਲੈਣਾ। ਭਗਤ ਕਬੀਰ ਸਾਹਿਬ ਆਖਦੇ, ਪਰਮਾਤਮਾ ਨੇ ਕਿੰਨੇ ਵਾਰੀ ਭਗਤ ਪ੍ਰਹਿਲਾਦ ਦੀ ਲਾਜ, ਕਿੰਨੇ ਵਾਰੀ ਨੂੰ ਬਚਾਇਆ। ਬਲਕਿ ਆਪਾਂ ਰੋਜ਼ਾਨਾ ਬਚਨ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਰਾਏ ਧੁਰ ਤੂੰ ਰੱਖਦਾ ਆਇਆ ਹਰ ਜੀਵ। ਭਗਤਾਂ ਦੀ ਸਦਾ ਤੂੰ ਰੱਖਦਾ ਆਇਆ ਹਰ ਜੀਵ, ਧੁਰ ਤੂੰ ਰੱਖਦਾ ਆਇਆ। ਕਹਿ ਲਗੇ ਤੂੰ ਸਦਾ ਹੀ ਪਰਮਾਤਮਾ ਦੀ ਲਾਜ ਤੇ ਪੱਤ ਰੱਖਣ ਵਾਲਾ। ਪਤਾ ਨਹੀਂ ਕਿੰਨੇ ਕੁ ਇਸ ਦੁਨੀਆ ਦੇ ਅੰਦਰ ਹਰਨਾਕਸ਼ ਬਿਰਤੀ ਦੇ ਲੋਕ ਨੇ ਜਿਨ੍ਹਾਂ ਨੂੰ ਤੂੰ ਖਤਮ ਕਰਕੇ ਤੇ ਪ੍ਰਹਿਲਾਦ ਬਿਰਤੀ ਦੇ ਬੰਦਗੀ ਵਾਲੇ ਮਨੁੱਖਾਂ ਦੀ ਲਾਜ ਰੱਖਦਾ ਆਇਆ। ਤਾਂ ਬੱਚਿਆਂ ਦੇ ਅੰਦਰ ਇੱਕ ਨਿਸ਼ਚਾ ਭਰੋਸਾ ਪੈਦਾ ਹੋਵੇ, ਜੇ ਆਪਾਂ ਉਹਨਾਂ ਨੂੰ ਚੰਗੀ ਸਿੱਖਿਆ ਦੇ ਸਕੀਏ, ਉਹਨਾਂ ਨੂੰ ਇਹੋ ਜਿਹੀਆਂ ਸਾਖੀਆਂ, ਇਹੋ ਜਿਹੇ ਇਤਿਹਾਸਕ ਹਵਾਲੇ ਦੇ ਕੇ ਆਪਾਂ ਉਹਨਾਂ ਦੇ ਜੀਵਨ ਨੂੰ ਤਬਦੀਲ ਕਰ ਸਕਦੇ ਹਾਂ। ਧੰਨ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਜੀ ਦੇ ਪਵਿੱਤਰ 2-3 ਸ਼ਲੋਕ ਆਉਂਦੇ ਨੇ, ਜਿਨ੍ਹਾਂ ਵਿੱਚ ਗੁਰਦੇਵ ਨੇ ਬੜੀ ਹੀ ਡੂੰਘਾਈ ਵਾਲੀ ਗੱਲ ਕੀਤੀ। ਸਾਹਿਬ ਆਖਦੇ ਵੀ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਵਿਜੈ ਤੇ ਉਹ ਵਰਤੈ, ਜਿਹਾ ਜਾਣੈ ਤੇ ਉਹ ਵਰਤੈ। ਕਹਿਣ ਲੱਗੇ ਜਿਹੋ ਜਿਹਾ ਮਨੁੱਖ ਜਾਣਦਾ ਹੈ ਉਹੋ ਜਿਹਾ ਹੀ ਫਿਰ ਉਹ ਵਰਤਦਾ ਹੈ। ਵੇਖੋ ਕੋ ਨਿਰਜਾਸ, ਕਹਿਣ ਲੱਗੇ ਤੁਸੀਂ ਨਿਰਣਾ ਕਰਕੇ ਵੇਖ ਲਓ, ਜਿਹਾ ਜਾਣੈ ਤੇ ਉਹ ਵਰਤੈ। ਵੇਖੋ ਨਿਰਜਾਸ, ਨਿਰਣਾ ਕਰਕੇ ਵੇਖ ਲਓ, ਜਿਹੋ ਜਿਹੀ ਉਹਦੀ ਸਮਝ ਹੁੰਦੀ ਹੈ, ਮੱਤ ਹੁੰਦੀ ਹੈ, ਉਹੋ ਜਿਹਾ ਹੀ ਉਹ ਵਰਤਦਾ ਹੈ। ਪਰ ਅਖੀਰ ਸਤਿਗੁਰ ਪਾਤਸ਼ਾਹ ਜੀ ਆਖਦੇ ਨੇ, ਵਸਤੂ ਅੰਦਰ ਵਸ ਸਮਾਵੈ, ਦੂਜੀ ਹੋਵੇ ਪਾਸ। ਇੱਕ ਵਸਤੂ ਤਾਂ ਹੀ ਭਾਂਡੇ ਵਿੱਚ ਪਾਈ ਜਾ ਸਕਦੀ ਹੈ ਜੇ ਪਹਿਲੀ ਵਸਤ ਕੱਢੀ ਜਾਵੇ। ਹੁਣ ਇਹਦਾ ਭਾਵ ਬੜਾ ਡੂੰਘਾ ਹੈ। ਬੱਚੇ ਦਾ ਜੀਵਨ ਤਾਂ ਬਦਲੇਗਾ ਜੇ ਉਹਦੇ ਵਿੱਚੋਂ ਆਪਾਂ ਪਹਿਲਾਂ ਨਿਆਣੇ ਵਾਲੀ ਸਮਝ ਕੱਢ ਕੇ ਤੇ ਦੂਜੀ ਚੰਗੀ ਸਿੱਖਿਆ ਉਹਦੇ ਅੰਦਰ ਟਿਕਾ ਦਈਏ। ਜੇ ਭਾਂਡੇ ਨੂੰ ਖਾਲੀ ਨਹੀਂ ਕਰੋਗੇ ਤੇ ਭਾਂਡੇ ਦੀ ਵਸਤ ਨਹੀਂ ਟਿਕੇਗੀ। ਤਾਂ ਉਹਦੀ ਜਿਹੜੀ ਇਆਣ ਮਤ ਹੈ ਉਹਨੂੰ ਕੱਢ ਕੇ ਤੇ ਉਹਦੇ ਵਿੱਚ ਰੱਬੀ ਚੰਗੇ ਗੁਣਾਂ ਦੀ, ਗੁਰੂ ਦੀ ਸਿੱਖਿਆ ਵਾਲੀ ਮੱਤ ਟਿਕਾ ਦਿਓ। ਸਾਹਿਬ ਕਹਿਣ ਲੱਗੇ, ਸਾਹਿਬ ਛੇਤੀ ਹੁਕਮ ਨਾ ਚੱਲੇ, ਕਹੀ ਬਣੈ ਅਰਦਾਸ, ਕੂੜ ਕਮਾਵੇ ਕੂੜ ਹੋਵੇ, ਨਾਨਕ ਸਿਫਤ ਵਿਗਾਸ। ਕੇਵਲ ਸੰਸਾਰ ਦੇ ਝੂਠੇ ਧੰਦੇ ਕਰਨ ਵਾਲਾ ਮਨੁੱਖ ਧੋਖੇ ਵਿੱਚ ਹੀ ਪਿਆ ਰਹਿੰਦਾ ਹੈ, ਪਰ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਾ ਮਨੁੱਖ ਸਦਾ ਹੀ ਖੇੜੇ ਤੇ ਵਿਕਾਸ ਵਿੱਚ ਰਹਿੰਦਾ ਹੈ। ਫਿਰ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ, ਭਾਈ ਪਹਿਲੀ ਇਆਣੀ ਮੱਤ ਜਿਹੜੀ ਹੈ ਉਹਨੂੰ ਛੱਡ ਕੇ ਤੇ ਤੂੰ ਦੂਜੀ ਚੰਗੀ ਮੱਤ ਗੁਰੂ ਵਾਲੀ ਲੈ, ਤਾਂ ਹੀ ਤੇਰਾ ਜੀਵਨ ਬਦਲੇਗਾ। ਆਪਣੇ ਬੱਚਿਆਂ ਨੂੰ ਆਪਾਂ ਚੰਗੀ ਮੱਤ ਦੇ ਕੇ, ਗੁਰੂ ਵਾਲੀ ਮੱਤ ਦੇ ਕੇ, ਗੁਰੂ ਦੀ ਸਿੱਖਿਆ, ਗੁਰ ਇਤਿਹਾਸ ਦੀਆਂ ਸਾਖੀਆਂ ਦੇ ਹਵਾਲੇ ਦੇ ਕੇ ਤੇ ਉਹਨਾਂ ਨੂੰ ਆਪਾਂ ਪ੍ਰੇਰਿਤ ਕਰ ਸਕਦੇ ਹਾਂ। ਅੱਜ ਲੋੜ ਹੈ ਜਿੱਥੇ ਆਪਾਂ ਚਿੰਤਤ ਹੁੰਦੇ ਹਾਂ ਦੁਨਿਆਵੀ ਵਿਦਿਆ ਵਾਲੇ ਪਾਸੇ, ਸੰਸਾਰ ਦੀ ਹਰ ਇੱਕ ਵਿਦਿਆ ਇਹਨਾਂ ਨੂੰ ਮਿਲੇ ਤੇ ਉਹ ਚੰਗੇ ਪੜ੍ਹ ਲਿਖ ਕੇ ਚੰਗੀ ਨੌਕਰੀ ਹਾਸਲ ਕਰਨ, ਚੰਗੇ ਮੁਕਾਮ ਤੇ ਪਹੁੰਚਣ। ਪਰ ਕਿਤੇ ਆਪਾਂ ਵੇਖੀਏ ਧਰਮ ਵਾਲੇ ਪਾਸਿਓਂ ਉਹ ਬਹੁਤ ਹੀ ਪਿੱਛੇ ਨੇ। ਇਹੀ ਕਾਰਨ ਹੈ ਕਿ ਬੱਚੇ ਵਿਕਾਰਾਂ ਦੀ ਦਲਦਲ ਵਿੱਚ, ਨਸ਼ਿਆਂ ਦੀ ਦਲਦਲ ਵਿੱਚ, ਪਤਿਤਪੁਣੇ ਵਾਲੇ ਪਾਸੇ। ਫਿਰ ਸਾਡਾ ਉਹ ਕਹਿਆ ਵੀ ਨਹੀਂ ਮੰਨਦੇ, ਕਿਉਂ? ਉਹ ਇਹਨਾਂ ਸੰਸਕਾਰਾਂ ਤੋਂ ਜਾਣੂ ਹੀ ਨਹੀਂ, ਉਹਨਾਂ ਨੂੰ ਗਿਆਨ ਨਹੀਂ। ਪ੍ਰਾਈਮੇਸੀ ਦੇ ਨਾਂ ਦੇ ਨਾਲ ਅੱਜ ਬੱਚੇ ਸਾਡੇ ਤੋਂ ਦੂਰ ਹੋ ਗਏ ਨੇ। ਪਹਿਲਾਂ ਕੀ ਹੁੰਦਾ ਸੀ, ਬੱਚੇ ਸਾਡੇ ਵਿੱਚ ਰਹਿੰਦੇ ਸਨ, ਸਮਾਜ ਦਾ ਇੱਕ ਢਾਂਚਾ ਨਾਲ ਜੁੜ ਕੇ ਰਹਿੰਦੇ ਸਨ। ਉਹਨਾਂ ਨੂੰ ਥੋੜਾ ਜਿਹਾ ਸਮਾਜ ਦਾ ਡਰ ਵੀ ਹੁੰਦਾ ਸੀ ਵੀ ਆਪਾਂ ਕੁਝ ਗਲਤ ਕਰਾਂਗੇ ਤੇ ਲੋਕਾਂ ਦੇ ਵਿੱਚ ਆਪਾਂ ਮੂੰਹ ਨਹੀਂ ਵਿਖਾਣ ਜੋਗੇ ਰਵਾਂਗੇ।
ਅੱਜ ਪ੍ਰਾਈਵੇਸੀ ਦੇ ਨਾਂ ਦੇ ਉੱਤੇ ਬੱਚੇ ਕਮਰਿਆਂ ਵਿੱਚ ਬੰਦ ਹੋ ਗਏ, ਮੋਬਾਈਲ ਫੋਨ ਲੈਪਟਾਪ ਉਹਨਾਂ ਦੇ ਮਿੱਤਰ ਬਣ ਗਏ ਨੇ, ਤੇ ਉਹਨਾਂ ਨੂੰ ਹੁਣ ਇਸ ਚੀਜ਼ ਦਾ ਗਿਆਨ ਤੇ ਇਲਮ ਹੀ ਨਹੀਂ ਰਿਹਾ, ਸਮਝ ਹੀ ਨਹੀਂ ਰਹੀ ਵੀ ਜ਼ਿੰਦਗੀ ਦੇ ਵਿੱਚ ਚੰਗੇ ਸੰਸਕਾਰ ਤੇ ਚੰਗੇ ਗੁਣਾਂ ਦੀ ਕੀ ਮਹਾਨਤਾ ਹੁੰਦੀ ਹੈ। ਅੱਗੇ ਜਾ ਕੇ ਫਿਰ ਉਹ ਨਾ ਸਮਝੀ ਕਾਰਨ ਭਟਕ ਜਾਂਦੇ ਨੇ ਤੇ ਫਿਰ ਉਹ ਜੀਵਨ ਦਾ ਸਹੀ ਆਨੰਦ ਨਹੀਂ ਮਾਣ ਪਾਉਂਦੇ। ਬਚਪਨ ਚੰਗਾ ਹੋਵੇਗਾ, ਜਵਾਨੀ ਜਿਹੜੀ ਹੈ ਉਹ ਹੋਰ ਵੀ ਚੰਗੀ ਹੋਵੇਗੀ। ਬਚਪਨ ਵਿੱਚ ਮਿਲੀ ਹੋਈ ਸਿੱਖਿਆ ਜਵਾਨੀ ਨੂੰ ਸਵਾਰ ਦੇਵੇਗੀ, ਤੇ ਜਦੋਂ ਜਵਾਨੀ ਚੰਗੀ ਸਵਰਦੀ ਹੈ ਫਿਰ ਬੁਢੇਪਾ ਆਨੰਦ ਵਿੱਚ ਲੰਘਦਾ ਹੈ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਵਿੱਤਰ ਸ਼ਲੋਕ ਜਿਹਦੀ ਆਪਾਂ ਵਿਚਾਰ ਕਰ ਰਹੇ ਹਾਂ ਵੀ ਬਚਪਨ ਜਿਹੜਾ ਹੈ ਉਹ ਵੀ ਪਰਮਾਤਮਾ ਦੇ ਪਰਮੇਸ਼ਰ ਦੇ ਗੁਣਾਂ ਦੇ ਨਾਲ ਭਰਪੂਰ ਹੋਣਾ ਚਾਹੀਦਾ ਹੈ। ਜਵਾਨੀ ਵੀ ਤੇ ਬੁਢੇਪਾ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਦੂਜੀ ਅਵਸਥਾ ਜਵਾਨੀ ਦੀ ਹੈ। ਇਹਦੀ ਵਿਚਾਰਾਂ ਆਪਾਂ ਕੱਲ ਤੋਂ ਸਾਂਝੀਆਂ ਕਰਾਂਗੇ। ਸਤਿਗੁਰ ਕਿਰਪਾ ਕਰ ਜੀਵਨ ਦੀ ਘਾਟ ਘੜੀ ਜਾਵੇ ਤੇ ਜੀਵਨ ਸਫਲਾ ਹੋ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।